सत श्री अकाल जी। तुसीं अजीत वैब टीवी देख रहे हो। मैं हाँ स्वर्ण सिंह टैणा। तो दोस्तों, हर रोज़ की तरह ही अजीत खबरां दा विशेष बुलेटिन लैके हाज़र हाँ। सब तो पहलां सुर्खियां ते झात। किसान जथेबंदियां ने केंद्र वालों मिले किसी भी सद्दे तो इनकार किया। देश नूं वंडण दी बजाए एकजुटता दी लोड़, कैप्टन अमरिंदर सिंह ने कहा। उत्साह नाल मनाया गया श्री गुरु नानक देव जी का प्रकाश पुरब। संघर्ष कर रहे किसान की दिल का दौरा पैण नाल हुई मौत। ते बरातियां नाल भरी गड्डी सड़क हादसे का हुई शिकार, 2 जणिਆਂ ਦੀ हुई मौत। ਤੇ ਹੁਣ ਖਬਰਾਂ ਦਾ ਵਿਸਥਾਰ। ਦਿੱਲੀ ਵਿੱਚ ਖੇਤੀ ਕਾਨੂੰਨਾਂ ਖਿਲਾਫ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਹੋਰਨਾਂ ਸੂਬਿਆਂ ਦੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ 5ਵੇਂ ਦਿਨ ਵੀ ਜਾਰੀ ਹੈ। ਵੱਡੀ ਗਿਣਤੀ ਵਿੱਚ ਕਿਸਾਨ ਟਿਕਰੀ ਤੇ ਸਿੰਘੂ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲਵੇ। ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਖਦੇੜਨ ਵਾਸਤੇ BSF ਬੁਲਾਈ ਗਈ ਹੈ। ਉਹਨਾਂ ਕਿਹਾ ਕਿ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਕੇਂਦਰ ਦਾ ਸੱਦਾ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਬਿਨਾਂ ਸ਼ਰਤ ਤੇ ਸਾਰੀਆਂ ਜਥੇਬੰਦੀਆਂ ਨੂੰ ਬੁਲਾਉਣਗੇ ਤਾਂ ਕੱਲ੍ਹ ਸਰਕਾਰ ਨਾਲ ਮੀਟਿੰਗ ਕੀਤੀ ਜਾਵੇਗੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੂਬਾ ਪੱਧਰੀ ਸਮਾਗਮ ਡੇਰਾ ਬਾਬਾ ਨਾਨਕ ਵਿਖੇ ਕਰਵਾਇਆ ਗਿਆ। ਸਮਾਗਮ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸੁਲਤਾਨਪੁਰ ਲੋਧੀ ਵਿੱਚ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਤੇ ਇਸ ਤੋਂ ਬਾਅਦ ਡੇਰਾ ਬਾਬਾ ਨਾਨਕ ਪਹੁੰਚੇ। ਇਸ ਮੌਕੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਹੱਥੀਂ ਕਿਰਤ ਕਰਕੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ, ਜਿਸ ਉੱਤੇ ਸਾਨੂੰ ਸਾਰਿਆਂ ਨੂੰ ਅਮਲ ਕਰਨਾ ਚਾਹੀਦਾ। ਇਸ ਦੇ ਨਾਲ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦਿਆਂ ਕੈਪਟਨ ਨੇ ਕਿਹਾ ਕਿਸਾਨ MSP ਤੇ ਆੜ੍ਹਤੀਆਂ ਦੇ ਰਿਸ਼ਤੇ ਨੂੰ ਕਾਇਮ ਰੱਖਣਾ ਚਾਹੁੰਦੇ ਨੇ। ਇਸ ਮੌਕੇ ਉਹਨਾਂ ਕਿਹਾ ਕਿ ਇਸ ਵੇਲੇ ਦੇਸ਼ ਨੂੰ ਵੰਡਣ ਦੀ ਬਜਾਏ ਇਕਜੁੱਟ ਕਰਨ ਦੀ ਲੋੜ ਹੈ। ਖੇਤੀਬਾੜੀ ਤਾਂ ਸ਼ੁਰੂ ਹੀ ਉੱਥੋਂ ਅਸਲੀ ਤੌਰ ਤੇ ਹੋਈ ਔਰ ਇੱਥੇ ਹੀ ਨਹੀਂ, ਮਹਾਰਾਜ ਨੇ ਜਿਹੜੀ ਆਪਣੀ ਯਾਤਰਾ ਕੀਤੀ ਪੂਰਬ ਹਿੰਦੁਸਤਾਨ ਤੋਂ ਲੈ ਕੇ ਭੂਟਾਨ ਦੇ ਵਿੱਚ ਇੱਕ ਉੱਪਰ ਇੱਕ ਤਲਾਅ ਹੈ। ਉੱਥੇ ਮਹਾਰਾਜ ਨੇ ਜਦੋਂ ਲੋਕ ਕਹਿੰਦੇ ਸੀ ਅਸੀਂ ਭੁੱਖੇ ਮਰ ਰਹੇ ਹਾਂ ਤਾਂ ਆਪਣੇ ਝੋਲੇ 'ਚੋਂ ਚੌੜ ਕੱਢ ਕੇ ਛਿੜਕਦੇ ਸੀ। ਔਰ ਅੱਜ ਵੀ 500 ਸਾਲ ਬਾਅਦ ਹਾਲੇ ਵੀ ਹਰ ਸਾਲ ਉਹ ਚੌਲ ਜੰਮਦੇ ਨੇ, ਲੋਕ ਕੱਟ ਲੈਂਦੇ ਨੇ, ਫਿਰ ਅਗਲੇ ਸਾਲ ਜੰਮੇ ਆਉਂਦੇ ਨੇ। ਇਹੀ ਹੈ ਜੋ ਬੱਚੇ 'ਚ ਭਰੀ ਹੋਈ ਆ, ਜੋ ਹੈ ਛੋਟੀ ਕਿਸਾਨੀ। ਹੁਣ ਆਹ ਜਿਹੜਾ ਕੁਛ ਹੋ ਰਿਹਾ ਦਿੱਲੀ 'ਚ, ਆਹ ਕੋਈ ਚੱਜ ਦੀ ਗੱਲ ਹੋ ਰਹੀ ਹੈ? ਦੱਸੋ ਮੈਨੂੰ। ਛੋਟੇ ਕਿਸਾਨ 75% ਸਾਡੇ ਪੰਜਾਬ ਦੇ ਕਿਸਾਨ 5 ਕਿੱਲੇ ਦੇ ਘੱਟ ਦੇ ਮਾਲਕ ਨੇ। ਉਹਦਾ ਅੱਧਾ ਕਿੱਲਾ 2 ਕਿੱਲੇ ਉਹਨੇ ਦੇ ਮਾਲਕ ਨੇ। ਤੇ ਉਹਨਾਂ ਨੂੰ ਸ਼ੰਕਾ ਨਹੀਂ, ਉਹਨਾਂ ਦੇ ਮਨ 'ਚ ਕੋਈ ਗੱਲ ਨਹੀਂ, ਕੋਈ ਸਮਝ ਨਹੀਂ ਸਕਦੇ ਕਿ ਜਿਹੜੇ ਤੁਸੀਂ ਕਾਨੂੰਨ ਪਾਸ ਕਰਕੇ ਲਿਆਉਂਦੇ ਹੋ। ਜੋ ਪ੍ਰਸ਼ਾਂਤ ਭੂਸ਼ਣ ਜੀ ਨੇ ਬੜਾ ਦੱਸਿਆ ਅੱਜ ਤੁਹਾਨੂੰ, ਮੈਨੂੰ ਬੜੇ ਉਹਨਾਂ ਦਾ ਧੰਨਵਾਦੀ ਹੈ ਜੀ ਆਇਆਂ ਨੂੰ, ਆਪ ਉਰੇ ਆਏ ਹੋ, ਕਿ ਦੱਸਿਆ ਕਿ ਇਹ ਜਿਹੜੇ ਕਾਨੂੰਨ ਹੁੰਦੇ ਨੇ, ਕਾਨੂੰਨ ਤੁਸੀਂ ਬਣਾ ਲੈਂਦੇ ਹੋ ਆਪਣੇ ਸਿਆਸਤ ਵਾਸਤੇ। ਇਹ ਨਹੀਂ ਦੇਖਦੇ ਕਿ ਉਹ ਜਿਹੜੇ ਸਾਡੇ ਲੋਕ ਗਰੀਬ ਬੈਠੇ ਨੇ, ਜਿਹੜੇ ਉਹਨਾਂ ਨੂੰ ਕਿਉਂ ਦੁੱਖ ਹੈ, ਕੀ ਲੋੜ ਸੀ ਉਹਨਾਂ ਨੂੰ ਜਾਣ ਦੀ, ਕੀ ਲੋੜ ਸੀ ਇਹਨਾਂ ਨੂੰ ਡਾਂਗਾ ਖਾਣ ਦੀ ਪੰਜਾਬ ਹਰਿਆਣਾ ਦੇ ਪੁਲਿਸ ਤੋਂ, ਜਾਂ ਇਹ ਤੋਂ ਜਿਹੜੇ ਵਾਟਰ ਕੈਨਨ ਨੇ ਜਾਂ ਕੋਈ ਹੋਰ ਚੀਜ਼ਾਂ ਜਿਹੜੀਆਂ ਇਹਨਾਂ 'ਤੇ ਵਰਤੀਆਂ ਗਈਆਂ ਸੀ। ਸਿਰਫ ਉਹਨਾਂ ਨੂੰ ਇਹ ਪਤਾ ਹੈ ਕਿ ਜਿਹੜੇ ਇਹ ਕਾਨੂੰਨ ਬਣੇ ਨੇ ਇਹ ਸਾਡੇ ਬੱਚਿਆਂ ਦੇ ਭਵਿੱਖ ਦੇ ਨਾਲ ਨਹੀਂ ਜੁੜਦੇ। ਸਾਡੇ ਬੱਚਿਆਂ ਦਾ ਭਵਿੱਖ ਇਹਦੇ 'ਚ ਗੰਧਲਾ ਨਜ਼ਰ ਆਉਂਦਾ ਸਾਨੂੰ। ਅਸੀਂ ਚਾਹੁੰਦੇ ਹਾਂ ਕਿ MSP ਰਹੇ। ਅਸੀਂ ਚਾਹੁੰਦੇ ਹਾਂ ਕਿ ਹਰ ਪੱਖੋਂ ਜਿਹੜਾ ਇੱਕ ਕਿਸਾਨ ਔਰ ਉਹਦੇ ਜਿਹੜਾ ਆੜ੍ਹਤੀਆ ਸੀ, ਉਹਦਾ ਰਿਸ਼ਤਾ ਸੀ, ਉਹ ਕਾਇਮ ਰਹੇ। ਅਸੀਂ ਤਾਂ ਨਹੀਂ ਕਹਿੰਦੇ ਕਿ ਕਿਸੇ ਹੋਰ ਦੀ ਤੁਸੀਂ ਕਿਸੇ ਨੂੰ ਖਰੀਦਣ ਨਾ ਦਿਓ। ਇੱਥੋਂ ਸਮਾਜ ਦਾ ਵੇਚਣਾ ਚਾਹੁੰਦੇ ਹਾਂ ਆਪਣੀ ਚੀਜ਼ਾਂ। ਅਗਰ MSP ਤੋਂ ਜ਼ਿਆਦਾ ਕੋਈ ਖਰੀਦਣ ਨੂੰ ਤਿਆਰ ਹੈ, ਸਾਨੂੰ ਕੀ ਤਕਲੀਫ ਹੈ, ਖਰੀਦ ਲੈਣ, ਲੇਕਿਨ ਉਹ ਰਿਸ਼ਤਾ ਤਾਂ ਨਾ ਤੁਸੀਂ ਤੋੜੋ। ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅੱਜ ਦੁਨੀਆ ਭਰ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਵਿੱਚ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਦੇ ਉੱਤੇ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕਈ ਥਾਵਾਂ ਦੇ ਉੱਤੇ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸ਼ਰਧਾ ਤੇ ਸਤਿਕਾਰ ਸਹਿਤ ਸਜਾਇਆ ਗਿਆ। ਇਸ ਦੌਰਾਨ ਗੁਰਦੁਆਰਿਆਂ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਹੋਇਆ ਇਕੱਠ ਵੇਖਣ ਨੂੰ ਮਿਲਿਆ। ਹਾਂਜੀ, ਸਮੂਹ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ 551ਵੇਂ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ।
ਅਸੀਂ ਅੱਜ ਇੱਥੇ ਪਰਿਵਾਰ ਸਮੇਤ ਹੀ ਆਏ ਹਾਂ। ਬੜੀ ਖੁਸ਼ੀ ਬੜਾ ਆਨੰਦ ਮਿਲਦਾ ਹੈ ਹਰਿਮੰਦਰ ਸਾਹਿਬ ਮੱਥਾ ਟੇਕ ਕੇ। ਗੁਰੂ ਸਾਹਿਬ ਦੀ ਲੱਖ ਕਿਰਪਾ ਹੋਵੇ ਤਾਂ ਦਰਸ਼ਨ ਹੁੰਦੇ ਆ ਮਹਾਰਾਜ ਦੇ। ਤੇ ਸਾਰੀਆਂ ਸੰਗਤਾਂ ਨੂੰ ਵਧਾਈਆਂ ਗੁਰਪੁਰਬ ਦੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬਹੁਤ ਧੂਮਧਾਮ ਨਾਲ ਗੁਰੂ ਸਾਹਿਬ ਦਾ ਗੁਰਪੁਰਬ ਮਨਾਇਆ ਜਾ ਰਿਹਾ ਤੇ ਸਾਰੀਆਂ ਸੰਗਤਾਂ ਹੀ ਹੁਮਾ ਕੇ ਸੁਲਤਾਨਪੁਰ ਲੋਧੀ ਵੀ ਪਹੁੰਚ ਰਹੀਆਂ ਨੇ। ਜਿਹੜੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਵਾਸੀ ਨੇ ਉਹ ਇੱਥੇ ਆ ਰਹੇ ਨੇ ਤੇ ਮੈਨੂੰ ਬਹੁਤ ਜ਼ਿਆਦਾ ਆਤਮਿਕ ਆਨੰਦ ਮਿਲਿਆ ਇੱਥੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ? ਮੇਰਾ ਨਾਮ ਹਰਪ੍ਰੀਤ ਸਿੰਘ ਜੀ। ਅੱਜ ਤੁਸੀਂ ਦਰਸ਼ਨ ਕਰਨ ਆਏ ਜੀ, ਕਿਸ ਸੰਬੰਧ ਵਿੱਚ? ਹਾਂਜੀ, ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551 ਸਾਲਾਨਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਅੱਜ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਆਏ ਹਾਂ। ਹਰ ਸਾਲ ਇੱਥੇ ਦਰਸ਼ਨ ਦੀਦਾਰੇ ਕਰਨ ਆਈਦਾ ਹੈ ਤੇ ਇੱਥੇ ਆ ਕੇ ਮਨ ਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਤੇ ਸਮੂਹ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੀਰਕਪੁਰ ਚੰਡੀਗੜ੍ਹ ਤੋਂ ਚੇਚੇ ਤੌਰ 'ਤੇ ਸੰਗਤਾਂ ਦਾ ਜਥਾ ਲੈ ਕੇ ਪੁੱਜੇ ਹਾਂ, ਜੋ ਕਿ ਜਗਤ ਉਦਾਹਰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 551ਵੇਂ ਸਾਲ ਸਾਲਾਨਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰਿਆਂ ਵਾਸਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਬੇਹੱਦ ਗਿਣਤੀ ਵਿੱਚ ਪੁੱਜ ਰਹੀਆਂ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਸੰਗਤਾਂ ਦੀ ਆਮਦ ਵਾਸਤੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਜੋ ਸੰਦੇਸ਼ ਮਨੁੱਖਤਾ ਨੂੰ ਦਿੱਤਾ ਹੈ, ਸਾਨੂੰ ਆਪਣੇ ਜੀਵਨ ਵਿੱਚ ਉਸ ਸੰਦੇਸ਼ ਨੂੰ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਜੋ ਸੰਸਾਰ ਵਿੱਚ ਹਨੇਰਾ ਅੱਜ ਤੋਂ 550 ਸਾਲ ਪਹਿਲਾਂ ਛਾਇਆ ਹੋਇਆ ਸੀ, ਸੋ ਅੱਜ ਵੀ ਜੋ ਕਰੋਨਾ ਮਹਾਮਾਰੀ ਸੰਸਾਰ ਵਿੱਚ ਚੱਲ ਰਹੀ ਹੈ, ਉਸੀ ਹਨੇਰੇ ਦੀ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਕੇ ਕਰੋਨਾ ਮਹਾਮਾਰੀ ਤੋਂ ਸੰਸਾਰ ਨੂੰ ਨਿਜਾਤ ਦਿਵਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸਮਰਾਲਾ ਦੇ ਇੱਕ ਕਿਸਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦੇ ਮੁਤਾਬਕ ਮ੍ਰਿਤਕ ਦੀ ਪਛਾਣ 50 ਸਾਲਾ ਗੱਜੜ ਸਿੰਘ ਵਾਸੀ ਪਿੰਡ ਖਟਰਾ ਭਗਵਾਨਪੁਰ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਸਰਗਰਮ ਮੈਂਬਰ ਕਿਸਾਨ ਬੀਤੇ 24 ਨਵੰਬਰ ਨੂੰ ਕਿਸਾਨਾਂ ਦੇ ਪਹਿਲੇ ਜਥੇ ਵਿੱਚ ਸ਼ਾਮਲ ਹੁੰਦੇ ਹੋਏ ਦਿੱਲੀ ਵਿੱਚ ਪਹੁੰਚਿਆ ਸੀ। ਵਾਰਾਣਸੀ ਵਿੱਚ ਕਰਵਾਏ ਦੀਪ ਦੀਵਾਲੀ ਤਿਉਹਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਚ ਤੋਂ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸੰਦੇਸ਼ ਦਿੱਤਾ। ਉਹਨਾਂ ਨੇ ਕਿਹਾ ਕਿ ਜੋ ਕਿਸਾਨ ਬਾਰਡਰਾਂ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੇ ਉਹ ਗਲਤਫਹਿਮੀ ਦੇ ਸ਼ਿਕਾਰ ਨੇ, ਉਹਨਾਂ ਨੂੰ ਵਰਗਲਾਇਆ ਗਿਆ। ਜੇਕਰ ਕਿਸਾਨ ਬਿੱਲ ਦੀਆਂ ਬਰੀਕੀਆਂ ਨੂੰ ਸਮਝ ਲਿਆ ਜਾਵੇ ਤਾਂ ਇਹ ਸਭ ਉਹਨਾਂ ਦੇ ਫਾਇਦੇ ਵਾਸਤੇ ਹੀ ਕੀਤਾ ਗਿਆ, ਪਰ ਵਿਰੋਧੀਆਂ ਨੇ ਕਿਸਾਨਾਂ ਨੂੰ ਗਲਤ ਚੀਜ਼ਾਂ ਦੱਸੀਆਂ ਨੇ ਤੇ ਬਿੱਲ ਦੀਆਂ ਚੰਗਿਆਈਆਂ ਨੂੰ ਪੂਰੀ ਤਰ੍ਹਾਂ ਲੁਕਾ ਕੇ ਪੇਸ਼ ਕੀਤਾ ਗਿਆ। किसानों को उस बड़े और व्यापक मार्केट का लाभ भी मिलना चाहिए जो हमारा देश दुनिया के बड़े बाजार हमारे किसानों को उपलब्ध कराते हैं। इसलिए विकल्प के माध्यम से किसानों को सशक्त करने का रास्ता अपनाया गया है। किसान हित में किए गए कृषि सुधार ऐसे ही विकल्प किसान को देते हैं। अगर किसान को कोई ऐसा खरीदार मिल जाए जो सीधा खेत से उपज उठाए, जो ट्रांसपोर्ट से लेकर लॉजिस्टिक के हर प्रबंध करे और बेहतर कीमत दे, तो क्या किसान को अपनी उपज उसे बेचने की आजादी मिलनी चाहिए कि नहीं मिलनी चाहिए? भारत के कृषि उत्पाद पूरी दुनिया में मशहूर है। क्या किसान की इस बड़े मार्केट और ज्यादा दाम तक किसान की पहुंच होनी चाहिए कि नहीं होनी चाहिए? अगर कोई पुराने सिस्टम से ही लेन देन को ठीक समझता है तो उस पर भी इस कानून में कहां कोई रोक लगाई है भाई? साथियों,
नए कृषि सुधारों से किसानों को नए विकल्प और नए कानूनी संरक्षण ही तो दिए गए हैं। पहले तो मंडी के बाहर हुए लेन देन ही गैर कानूनी माने जाते थे। ऐसे में छोटे किसानों के साथ अक्सर धोखा होता था, विवाद होते थे, क्योंकि छोटा किसान तो मंडी पहुंच ही नहीं पाता था। अब ऐसा नहीं है। अब छोटे से छोटा किसान भी मंडी से बाहर हुए हर सौदे को लेकर कानूनी कार्यवाही कर सकता है। यानी किसान को अब नए विकल्प भी मिले हैं और छल से, धोखे से उसे बचाने के लिए कानूनी संरक्षण भी मिला है। ਦਿੱਲੀ ਤੋਂ ਬੇਟੇ ਦਾ ਵਿਆਹ ਕਰਕੇ ਅੰਮ੍ਰਿਤਸਰ ਪਰਤ ਰਹੇ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਗਮ ਵਿੱਚ ਬਦਲ ਗਈਆਂ ਜਦੋਂ ਬਰਾਤੀਆਂ ਨਾਲ ਭਰੀ ਟੈਂਪੂ ਟਰੈਵਲ ਖੰਨਾ ਵਿੱਚ ਲਿਬੜਾ ਨੇੜੇ ਸੜਕ ਦੇ ਉੱਤੇ ਖੜੇ ਇੱਕ ਟਰਾਲੇ ਵਿੱਚ ਜਾ ਵੱਜੀ। ਇਸ ਹਾਦਸੇ ਦੇ ਵਿੱਚ 3 ਸਾਲ ਦੀ ਬੱਚੀ ਤੇ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਦਕਿ 12 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਨੇ। ਹਾਦਸਾ ਸਵੇਰੇ 6 ਵਜੇ ਦੇ ਕਰੀਬ ਵਾਪਰਿਆ। ਜ਼ਖਮੀਆਂ ਨੂੰ ਸ਼ੀਸ਼ੇ ਤੋੜ ਕੇ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ। ਇਸ ਦੀ ਸੂਚਨਾ ਪੁਲਿਸ ਤੇ ਐਂਬੂਲੈਂਸ ਨੂੰ ਦਿੱਤੀ ਗਈ। ਜ਼ਖਮੀਆਂ ਨੂੰ ਪਹਿਲਾਂ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਹਨਾਂ ਦੀ ਹਾਲਤ ਗੰਭੀਰ ਹੋਣ ਤੇ ਪੀਜੀਆਈ ਰੈਫਰ ਕਰ ਦਿੱਤਾ ਗਿਆ। ਇਹ ਸੜਕ ਤੇ ਟਰਾਲਾ ਖੜਾ ਸੀ, ਪਿੱਛੋਂ ਸਾਡੀ ਟਰੈਵਲ ਗੱਡੀ ਆ ਰਹੀ ਸੀ ਤੇ ਉਹ ਵਿੱਚ ਟਕਰਾ ਗਈ। ਕਿੱਥੋਂ ਆ ਰਹੀ ਸੀ ਗੱਡੀ? ਦਿੱਲੀ ਤੋਂ ਅੰਮ੍ਰਿਤਸਰ। ਕੋਈ ਪ੍ਰੋਗਰਾਮ ਸੀ ਦਿੱਲੀ? ਹਾਂਜੀ ਹਾਂਜੀ, ਬੇਟੇ ਦੀ ਸ਼ਾਦੀ ਸੀ ਮੇਰੇ। ਅੱਛਾ ਜੀ। ਹਾਂਜੀ। ਕਿੱਥੇ ਜਾਣਾ, ਕਿੱਥੇ ਜੀ? ਅੰਮ੍ਰਿਤਸਰ। ਅੱਛਾ, ਇਹ ਕਿੰਨੇ ਕੁ ਵਜੇ ਹੋਇਆ ਸਰ? ਇਹ ਸਵੇਰੇ 5 ਵਜੇ ਹੋਇਆ ਜੀ। ਸਵੇਰੇ ਹਾਂਜੀ ਹਾਂਜੀ, ਅੱਛਾ, ਸਵੇਰੇ 5 ਵਜੇ। ਤੇ ਬਚਾਓ ਕਿਸੇ? ਬੱਚਾ 2 ਡੈਥ ਹੋ ਗਈ ਜੀ। 2 ਦੀ ਗੱਲ? ਹਾਂਜੀ ਹਾਂਜੀ, ਇੱਕ ਮੇਰੀ ਪਤਨੀ ਦੀ, ਇੱਕ ਦੋਤੀ ਹੈ। ਅੱਛਾ, ਉਹ ਕਿੰਨੇ ਸਾਲ ਦੀ ਸੀ? ਉਹ 3 ਸਾਲ ਦੀ, ਤੇ ਜਿਨ੍ਹਾਂ ਦੀ ਡੈਥ ਹੋਈ ਉਹ 58 ਸਾਲ ਦੇ ਸਨ। ਤੁਹਾਡੀ ਵਾਈਫ ਦੀ? ਹਾਂਜੀ। ਕਿਹਦੀ ਗਲਤੀ ਕਿਹਦੀ ਲੱਗਦੀ ਵੈਸੇ? ਗਲਤੀ ਟਰਾਲੇ ਵਾਲੇ ਦੀ ਹੈ ਤੇ ਮੈਂ ਸਮਝਦਾ ਕਿ ਡਰਾਈਵਰ ਨੀਂਦਰਾ ਦੇ ਵਿੱਚ ਨਹੀਂ ਸੀ। ਉਹ 2 ਦਿਨ ਉੱਥੇ ਸੁੱਤਾ ਰਿਹਾ, ਜਿੰਨੇ ਦੀ ਸ਼ਾਦੀ ਰਹੀ ਉਹ ਸੁੱਤਾ ਰਿਹਾ। ਉਹ ਕਹਿੰਦਾ ਮੈਂ ਰੈਸਟ ਕਰਨੀ ਆ ਸੀ। ਉਹਨੂੰ ਰੋਟੀ ਵੀ ਪੁੱਛਦੇ ਸਾਂ, ਕਹਿੰਦਾ ਕੋਈ ਨਹੀਂ ਮੈਨੂੰ ਸੌਣ ਦਿਓ। ਮੈਨੂੰ ਲੱਗਦਾ ਕਿ ਉਹ ਨੀਂਦਰੇ 'ਚ ਨਹੀਂ ਸੀ। ਜਿਹੜੀ ਮੈਂ ਸਹੀ ਬਿਆਨੀ ਕਰ ਰਿਹਾ, ਉਹ ਬਿਲਕੁਲ ਨੀਂਦਰ 'ਚ ਨਹੀਂ ਸੀ। ਇਹ ਸਾਰੀ ਦੀ ਸਾਰੀ ਗਲਤੀ ਜਿਹੜੀ ਹੈ ਟਰਾਲੇ ਵਾਲੇ ਦੀ ਹੈ, ਜਿਹਨੇ ਸੜਕ ਦੇ ਵਿੱਚ ਟਰਾਲਾ ਖਿਲਾਰਿਆ ਔਰ ਇਹ ਨੁਕਸਾਨ ਸਾਡਾ ਹੋਇਆ। ਟੋਟਲ ਕਿੰਨੇ ਜਣੇ ਸੀ ਗੱਡੀ 'ਚ? ਟੋਟਲ 15-16 ਜਾਣੇ ਸੀ। ਤੇ ਕੋਈ ਇੰਜਨ ਵੀ ਹੋਇਆ ਕੋਈ? ਹਾਂਜੀ, ਇੰਜਰ ਹੋਏ ਨੇ, ਸਾਰੇ ਇੰਜਰ ਨੇ। 1-2 ਸਹੀ ਨੇ, ਇੱਕ ਬੇਟੀ ਮੇਰੀ ਉਹਨੂੰ ਉਹ ਵੀ ਥੋੜੀ ਜਿਹੀ ਇੰਜਰ ਹੈ, ਦੋਤਾ ਹੈ ਉਹ ਵੀ ਇੰਜਰ ਹੈ, ਤੇ ਸਾਰੇ ਜ਼ਖਮੀ ਹੈ। ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਖੰਨਾ ਤੁਹਾਡੀ ਦੋਤੀ ਸੀ, ਉਹ ਕਿੱਥੇ ਰਹਿਣ ਵਾਲੀ ਸੀ? ਉਹ ਦੇਹਰਾਦੂਨ ਤੋਂ ਸੀ ਜੀ। ਉਹ ਵਿਆਹ ਤੇ ਆਈ ਸੀ, ਸਾਡੇ ਨਾਲ ਦਿੱਲੀ ਗਈ ਸੀ ਤੇ ਇਹ ਕਾਰਾਵਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਮੇਤ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਜਾਰੀ ਕੀਤੇ ਗਏ ਸੰਦੇਸ਼ ਰਾਹੀਂ ਕੇਜਰੀਵਾਲ ਨੇ ਕਿਹਾ, ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਵਿਆਪੀ ਸੰਕਲਪ ਤੇ ਸੰਦੇਸ਼ ਮਾਨਵ ਸੇਵਾ ਹੈ। ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਮੁਤਾਬਕ ਅਸੀਂ ਲੋਕਾਂ ਦੀ ਤਨ ਤੇ ਮਨ ਨਾਲ ਸੇਵਾ ਕਰਨੀ ਹੈ। ਗੁਰੂ ਨਾਨਕ ਦੇਵ ਜੀ ਦੇ ਕਰਮ ਕਰੋ, ਵੰਡ ਛਕੋ ਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਦੇ ਉੱਤੇ ਪਹਿਰਾ ਦਿੰਦੇ ਹੋਏ ਇਮਾਨਦਾਰੀ ਨਾਲ ਕੰਮ ਤੇ ਆਪਸੀ ਸਦਭਾਵਨਾ ਉੱਤੇ ਪਹਿਰਾ ਦੇਣਾ ਅੱਜ ਸਮੁੱਚੀ ਲੋਕਾਈ ਦਾ फर्ज है। आज गुरु नानक जी की जयंती गुरु पर्व के अवसर पे आप सब लोगों को, देशवासियों को, दिल्ली वासियों को, दुनिया के सभी लोगों को बहुत 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 बधाइयाँ। गुरु नानक जी का सबसे बड़ा संदेश एक ही था, मानव सेवा, कि हमें लोगों की अपने तन मन धन से पूरी तरह से सेवा करनी है। हमारा पूरा जीवन दूसरों की सेवा के लिए समर्पित होना चाहिए। आज हमारे देश के किसान दिल्ली और
हरियाणा के बॉर्डर पे, दिल्ली यूपी बॉर्डर पे बहुत मुसीबत में हैं। वहाँ पे आके पिछले 5-6 दिनों से अपनी मांगों के लिए केंद्र सरकार से बात करने के लिए वहाँ पे बैठे हुए हैं। मैं सोच रहा था इतनी ठंड में, जब हम लोग अपने घरों के अंदर हमें इतनी ठंड लग रही है, हमारे किसान भाई रात भर आसमान के नीचे इतनी ठंड में कैसे सोते होंगे, इतनी मुसीबतें झेल रहे हैं। मैं उम्मीद करता हूं कि जल्द से जल्द केंद्र सरकार उनके साथ बात करके उनकी समस्याओं का समाधान निकालेगी। आम आदमी पार्टी के सभी कार्यकर्ता, सभी एमएलए, सभी लोग उनकी सेवा में लगे हुए हैं। मैंने सभी को बोला है कि वो पूरी तरह से उनके खाने के लिए, उनके मेडिकल के लिए, उनको जिस तरह की भी से पानी का, टॉयलेट का जो भी ज़रूरत है उनको पूरा करें। इस मौके पे, आज गुरु पर्व के मौके पे, मैं सभी दिल्ली वासियों से भी अपील करता हूं कि हमारे बॉर्डर के ऊपर जो किसान आए हुए हैं, आपकी जो भी आपसे बन पड़ता है, आप उनकी पूरी तरह से सेवा कीजिए। ये किसान हमारे किसान हैं, हमारे देश के किसान हैं, और जिस देश का किसान दुखी है वो देश कैसे आगे बढ़ सकता है। तो हमें पूरे तन मन धन से अपने किसानों की सेवा करनी है, और मैं उम्मीद करता हूं कि जल्द से जल्द केंद्र सरकार किसानों की सभी मांगों पे गौर करेगी, उनकी मांगें मानेगी और उनके दुख दूर करेगी। नमस्कार। किसान मਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ 69ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਭਦੇਰ ਦੀ ਅਗਵਾਈ ਵਿੱਚ ਲਗਾਤਾਰ ਜਾਰੀ ਹੈ। ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਤੇ ਕੇਂਦਰ ਦੇ ਸਰਕਾਰ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਕਿਸਾਨ ਆਰਡੀਨੈਂਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਅੱਜ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਗਹਿਰੀ ਮੰਡੀ ਨਜ਼ਦੀਕ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਹਰੇਕ ਤਬਕੇ ਦੇ ਮਿਲ ਰਹੇ ਸਹਿਯੋਗ ਵਾਸਤੇ ਸਾਰੇ ਭਾਈਚਾਰੇ ਦਾ ਧੰਨਵਾਦ ਵੀ ਕੀਤਾ ਗਿਆ। ਅੱਜ ਵੀ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਸਵਾਲ ਕਰਦੇ ਹਾਂ ਵੀ ਸਾਡੀ ਖੇਤੀ ਮਸ਼ੀਨਰੀ, ਸਾਡੀਆਂ ਖਾਦਾਂ, ਸਾਡੀਆਂ ਦਵਾਈਆਂ, ਤੁਸੀਂ ਖੇਤੀ ਮਸ਼ੀਨਰੀ ਟੈਕਨੀਕ ਸਾਰੇ ਦੇ ਰੇਟ ਵੱਧ ਰਹੇ ਨੇ ਤੇ ਸਾਡੀਆਂ ਫਸਲਾਂ ਦੇ ਰੇਟ ਨਹੀਂ ਵੱਧ ਰਹੇ। ਕਿਸ ਆਧਾਰ ਤੇ ਤੁਸੀਂ ਦਾਅਵੇ ਕਰਦੇ ਹੋ ਵੀ ਸਾਡੀ ਆਮਦਨ ਦੁੱਗਣੀ ਹੋ ਜਾਊਗੀ? ਸਾਡੇ 50 ਕਿਸਾਨ ਰੋਜ਼ ਦੇਸ਼ ਵਿੱਚ ਖੁਦਕੁਸ਼ੀਆਂ ਕਰ ਰਹੇ। ਸੋ ਮੋਦੀ ਜੀ ਦੇ ਦਾਅਵੇ ਮਤਲਬ ਜ਼ਮੀਨੀ ਹਕੀਕਤਾਂ ਨਾਲ ਨਹੀਂ ਛੋਂਦੇ ਹੈਗੇ। ਸੋ ਕੇਂਦਰ ਸਰਕਾਰ ਛਲ ਕਰਨ ਵਾਲੇ ਪਾਸੇ ਲੱਗੀ ਹੋਈ ਆ। ਉਹ ਮਾਹੌਲ ਨੂੰ ਜਿਹੜਾ ਕਿਸਾਨ ਅੰਦੋਲਨ ਤੇ ਦੇਸ਼ ਲੈਵਲ ਤੇ ਪ੍ਰਚਾਰ ਮਾਧਮਾਂ 'ਚ ਜਾ ਰਿਹਾ, ਕਿਸਾਨ ਏਡੀ ਵੱਡੀ 'ਚ ਲੜ ਰਹੇ ਨੇ। ਪੰਜਾਬੀ ਜਿਹੜੇ ਇਕੱਲੇ ਕਿਸਾਨ ਮਜ਼ਦੂਰ ਨੇ, ਇੱਕ ਪੰਜਾਬੀ ਕੌਮ ਵਜੋਂ ਲੜ ਰਹੇ ਨੇ। ਸੋ ਉਹਨਾਂ ਨੂੰ ਠੇਸ ਪਹੁੰਚਾਉਣ ਲਈ ਉਹਨਾਂ ਦੀਆਂ ਏਜੰਸੀਆਂ ਕੁਝ ਵੀ ਦੇਸ਼ ਦੇ ਵਿੱਚ ਕਰਵਾ ਸਕਦੀਆਂ ਨੇ, ਕੁਝ ਜਿਸ ਕਿਸਮ ਦੇ ਹਾਲਾਤ ਪੈਦਾ ਕਰ ਸਕਦੀਆਂ ਨੇ ਵੀ ਜਿਹਦੇ ਨਾਲ ਕਿਸਾਨ ਅੰਦੋਲਨ ਨੂੰ ਠੇਸ ਪਹੁੰਚ ਸਕੇ। ਅਸੀਂ ਲੋਕਾਂ ਨੂੰ ਕਹਿੰਦੇ ਹਾਂ ਵੀ ਹੁਣ ਘੋਲ ਦੀ ਰਾਖੀ ਕਰਨ ਦੀ ਲੋੜ ਹੁੰਦੀ ਆ, ਵੀ ਘੋਲ ਦੀ ਰਾਖੀ ਕਰੀਏ, ਕੋਈ ਸ਼ਰਾਰਤੀ ਅਨਸਰ ਨਾ ਆਪਦੇ ਘੋਲਾਂ 'ਚ ਵੰਡ ਦਈਏ। ਅਤੇ ਬਿਲਕੁਲ ਕੇਂਦਰ ਦੇ ਖਿਲਾਫ ਜਿਹੜੇ 3 ਖੇਤੀ ਦੇ ਕਾਨੂੰਨ ਆ, ਬਿਜਲੀ ਸੋਧ ਬਿੱਲ 2020 ਆ, ਇਹਦੇ ਨਾਲ ਜੁੜਦੇ ਜਿਹੜੇ ਮਸਲੇ ਆ, ਇਹਨਾਂ ਨੂੰ ਲੈ ਕੇ ਦਬਾਅ ਹੋਰ ਵਧਾਈਏ। ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿੱਚ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਪ੍ਰਭਾਵਿਤ ਮਰੀਜ਼ ਸਾਹਮਣੇ ਆ ਰਹੇ ਨੇ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ ਕੋਰੋਨਾ ਤੋਂ ਪ੍ਰਭਾਵਿਤ 108 ਨਵੇਂ ਮਰੀਜ਼ ਸਾਹਮਣੇ ਆਏ ਨੇ, ਜਿਨ੍ਹਾਂ ਵਿੱਚ ਲੁਧਿਆਣੇ ਨਾਲ ਸੰਬੰਧਿਤ 90 ਮਰੀਜ਼, ਜਦਕਿ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਤੇ ਸੂਬਿਆਂ ਨਾਲ ਸੰਬੰਧਿਤ 18 ਮਰੀਜ਼ ਸ਼ਾਮਲ ਨੇ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿੱਚੋਂ 3 ਜਣਿਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਇੱਕ ਮ੍ਰਿਤਕ ਮਰੀਜ਼ ਜ਼ਿਲ੍ਹਾ ਲੁਧਿਆਣਾ, ਫਿਰੋਜ਼ਪੁਰ ਤੇ ਮਾਨਸਾ ਨਾਲ ਸੰਬੰਧਿਤ ਹੈ। ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਜਿਹੜੇ ਮਰੀਜ਼ ਦੀ ਮੌਤ ਹੋਈ ਹੈ, ਉਸ ਵਿੱਚ 32 ਸਾਲਾ ਮ੍ਰਿਤਕ ਮਰੀਜ਼ ਜਗਰਾਉਂ ਦਾ ਵਾਸੀ ਸੀ। ਬੀਤੇ ਕੱਲ੍ਹ ਥਾਣਾ ਭਿੰਡੀ ਸੈਦਾ ਦੀ ਪੁਲਿਸ ਦੇ ਵੱਲੋਂ ਹੈਰੋਇਨ ਸਮੇਤ ਕਾਬੂ ਕੀਤੇ ਗਏ ਨਸ਼ਾ ਤਸਕਰ ਨੂੰ ਮਾਣਯੋਗ ਅਦਾਲਤ ਵੱਲੋਂ 4 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਿੰਡੀ ਸੈਦਾ ਦੇ SHO ਸਬ ਇੰਸਪੈਕਟਰ ਸੁਖਜਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਮੁਖਬਰ ਦੀ ਇਤਲਾਹ ਦੇ ਉੱਤੇ ਹੈਰੋਇਨ ਦਾ ਧੰਦਾ ਕਰਨ ਵਾਲੇ ਹਿੰਮਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਮੌੜੇ, ਨਾਨਕ ਸਿੰਘ ਵਾਸੀ ਵਣੀਏ ਕੇ ਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਹਿੰਮਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੀ ਨਿਸ਼ਾਨਦੇਹੀ ਤੇ ਪਿੰਡ 5 ਗਰਾਈ ਨੇੜਿਓਂ ਕਮਾਰ ਦੇ ਖੇਤਾਂ ਵਿੱਚੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ।
ਇਹ ਕੱਲ ਸਾਨੂੰ ਸਵੇਰ ਇਨਫੋਰਮੇਸ਼ਨ ਮਿਲੀ ਸੀ ਕਿ ਹਿੰਮਤ ਸਿੰਘ ਨਾਂ ਦਾ ਵਿਅਕਤੀ ਜਿਹੜਾ ਉਹ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਬਾਰਡਰ ਦੇ ਨਾਲ ਗਤੀਵਿਧੀਆਂ ਸਮਗਲਿੰਗ ਦੀਆਂ ਜਿਹੜੀਆਂ ਕਰ ਰਿਹਾ ਤੇ ਪਾਕਿਸਤਾਨ ਦੇ ਨਾਲ ਤੋਂ ਹਥਿਆਰ ਨਸ਼ੀਲੇ ਪਦਾਰਥ ਲਿਆ ਕੇ ਜਿਹੜੇ ਆ ਉਹ ਗਾਂ ਸਪਲਾਈ ਕਰ ਰਿਹਾ। ਤੋ ਇਨਫੋਰਮੇਸ਼ਨ ਦੇ ਤਹਿਤ ਮੁਕੱਦਮਾ ਦਰਜ ਕਰਕੇ ਕੱਲ ਹਿੰਮਤ ਸਿੰਘ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਸੀ। ਉਸ ਦੀ ਨਿਸ਼ਾਨਦੇਹੀ ਤੇ 3 ਕਿਲੋ ਜਿਹੜੀ ਹੈਰੋਇਨ ਆ ਦਰਿਆ ਦੇ ਨੇੜੇ ਤੋਂ ਜਾ ਕੇ ਰਿਕਵਰ ਕੀਤੀ ਗਈ ਆ। ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਉਹਦਾ ਜਿਹੜਾ ਰਿਮਾਂਡ ਲਿਆ ਗਿਆ। ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ? ਇਹਦੇ ਵਿੱਚ ਇੱਕ ਵਿਅਕਤੀ ਇਹਨੂੰ ਹੀ ਗ੍ਰਿਫਤਾਰ ਕੀਤਾ ਗਿਆ। ਇਸ ਦਾ ਸਾਥੀ ਜਿਹੜਾ ਉਹ ਇਹਦੇ ਪੁਲਿਸ ਗ੍ਰਿਫਤ ਤੋਂ ਬਾਹਰ ਆ ਤੇ ਇਸ ਦਾ ਇੱਕ ਕਲੋਜ਼ਨ ਰਿਸ਼ਤੇਦਾਰ ਹੈ ਮਲਕੀਤ ਸਿੰਘ। ਉਹ ਆਲਰੇਡੀ ਜਿਹੜਾ ਵੱਖ-ਵੱਖ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਜਿਹੜਾ ਉਹ ਫਰੀਦਕੋਟ ਜੇਲ੍ਹ 'ਚ ਬੰਦ ਆ। ਹਾਂ, 4 ਦਿਨਾਂ ਦੇ ਪੁਲਿਸ ਰਿਮਾਂਡ ਦੇ ਵਿੱਚ ਅਸੀਂ ਉਮੀਦ ਹੈ ਕਿ ਇਹਦੇ ਨਾਲ ਇਹਨਾਂ ਦੇ ਪਾਕਿਸਤਾਨੀ ਸਮਗਲਰਾਂ ਨਾਲ ਸੰਬੰਧ ਤੇ ਜਿੰਨੀਆਂ ਵੀ ਗਤੀਵਿਧੀਆਂ ਇਹਨੇ ਕੀਤੀਆਂ ਨੇ ਉਹਨਾਂ ਨੂੰ ਅਸੀਂ ਪੂਰੀ ਤਹਿਕੀਕਤ ਕਰਕੇ। ਇਹ ਸੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ। ਤਾਜ਼ਾ ਤਰੀਨ ਤੇ ਨਵਗਨਕੋਰ ਖਬਰਾਂ ਲੈ ਕੇ ਦੋਸਤੋ ਅਸੀਂ ਕੱਲ੍ਹ ਨੂੰ ਇਸੇ ਵਕਤ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।